ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਨ ਆਏ ਜਿਉ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭੂ ਦੁੱਖ ਗਵਾਏ ਜਿਉ। ਸਾਹਿਬੇ ਕਮਾਲ ਵਾਲੀਏ ਕੁਲ ਆਲਮ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਹਾਜ਼ਰ ਨਾਜ਼ਰ ਹਜ਼ੂਰੀ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਸਤਸੰਗੀ ਜਨੋ। ਵਡਭਾਗੇ ਹਾਂ ਕਿ ਅੱਜ ਆਪਾਂ ਫਿਰ ਉਸ ਅਕਾਲ ਪੁਰਖ ਪਰਮਾਤਮਾ ਦੀ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰ ਰਹੇ ਹਾਂ। ਆਓ ਚੱਲ ਰਹੀ ਰਹਿਤ ਮਰਿਆਦਾ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਰਹਿਤ ਮਰਿਆਦਾ ਹੈ ਜੋ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਛਪਦੀ ਹੈ। ਇਸ ਤੋਂ ਵੀ ਪੁਰਾਣੀਆਂ ਜੋ ਰਹਿਤ ਮਰਿਆਦਾ ਦੀਆਂ ਕਾਪੀਆਂ ਨੇ ਉਹ ਮਿਲ ਜਾਂਦੀਆਂ ਨੇ। ਇਹ ਦਸੰਬਰ 2006 ਦੇ ਵਿੱਚ ਛਪੀ ਹੋਈ ਹੈ। ਤਕਰੀਬਨ 1 ਲੱਖ ਰਹਿਤ ਮਰਿਆਦਾ ਦੀ ਕਾਪੀ ਛਾਪ ਕੇ ਵੰਡੀ ਜਾ ਚੁੱਕੀ ਹੈ 2006 ਦੇ ਵਿੱਚ। ਉਸ ਤੋਂ ਬਾਅਦ ਦੂਜੀ ਰਹਿਤ ਮਰਿਆਦਾ ਦੇ ਵਿੱਚ ਥੋੜ੍ਹੀ ਉਹਨਾਂ ਨੇ ਤਬਦੀਲੀ ਕਰ ਦਿੱਤੀ। ਅਕਾਲ ਤਖਤ ਸਾਹਿਬ ਜੀ ਦੀ ਉੱਪਰ ਫੋਟੋ ਲਾ ਕੇ ਇਹ ਵੀ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਵੰਡੀਆਂ ਗਈਆਂ, ਉਹ ਵੀ ਭੇਟਾ ਰਹਿਤ। ਅਤੇ ਵੀ 2015 ਅਕਤੂਬਰ 2015 ਦੇ ਵਿੱਚ ਛਪੀ ਸੀ। ਤਕਰੀਬਨ 1 ਲੱਖ ਕਾਪੀਆਂ ਇਹ ਛਪੀਆਂ ਸਨ 2015 ਦੇ ਵਿੱਚ। ਇਹ ਵੀ ਵੰਡੀਆਂ ਗਈਆਂ। ਅਗਲੀ ਗੱਲ ਇਹ ਹੈ ਕਿ ਜਦੋਂ ਇੰਨੀ ਤਾਦਾਦ ਦੇ ਵਿੱਚ ਇਹ ਰਹਿਤ ਮਰਿਆਦਾ ਦੀਆਂ ਕਾਪੀਆਂ ਛਪਦੀਆਂ ਨੇ ਅਤੇ ਵੰਡੀਆਂ ਜਾਂਦੀਆਂ ਨੇ, ਫਿਰ ਬਹੁਤੇ ਸਾਡੇ ਸਿੱਖ ਪੰਥ ਦਾ ਹਿੱਸਾ, ਚਾਹੇ ਉਹ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਟਕਸਾਲ ਵਾਲੀਆਂ ਜਥੇਬੰਦੀਆਂ ਨੇ ਜਾਂ ਹੋਰ ਕਿਸੇ ਵੀ ਨਾਂ ਦੇ ਹੇਠ ਸੰਪਰਦਾ ਜਾਂ ਕੋਈ ਸਿੱਖੀ ਸਿਧਾਂਤਾਂ ਦੇ ਵਿੱਚ ਆਪਣੇ ਆਪ ਨੂੰ ਕਹਾਉਣ ਵਾਲਾ ਡੇਰਾ ਚੱਲਦਾ ਏ, ਫਿਰ ਉੱਥੇ ਸੰਪਰਦਾਵਾਂ ਡੇਰਿਆਂ ਦੇ ਉੱਤੇ ਰਹਿਤ ਵੱਖਰੀ ਵੱਖਰੀ ਕਿਉਂ ਹੈ? ਕਿ ਇਸ ਰਹਿਤ ਮਰਿਆਦਾ ਨੂੰ ਅਕਾਲ ਤਖਤ ਅੱਜ ਤੱਕ ਉਹਨਾਂ ਸੰਪਰਦਾਵਾਂ ਜਾਂ ਡੇਰਿਆਂ ਦੇ ਵਿੱਚ ਲਾਗੂ ਕਿਉਂ ਨਹੀਂ ਕਰਵਾ ਸਕਿਆ? ਗੱਲ ਤਾਂ ਇਹ ਨਾ, ਇਹਦਾ ਮਤਲਬ ਜਦੋਂ ਛਪਾਈਆਂ ਜਾਂਦੀਆਂ ਨੇ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇਹ ਰਹਿਤ ਮਰਿਆਦਾ, ਜਿਹਨੂੰ ਇਹ ਖਰੜਾ ਕਹਿੰਦੇ ਨੇ, ਫਿਰ ਇਹ ਛਪਵਾਈਆਂ ਗਈਆਂ ਕਾਪੀਆਂ ਨੂੰ ਇੰਨੇ ਵੱਡੇ ਪੱਧਰ ਉੱਤੇ 1 ਲੱਖ 2006 ਦੇ ਵਿੱਚ ਛਾਪ ਕੇ ਵੰਡੀਆਂ ਗਈਆਂ। ਅਤੇ ਮਹੀਨਾ ਸੀਗਾ ਉਦੋਂ ਦਸੰਬਰ, ਅਤੇ ਉਸ ਤੋਂ ਬਾਅਦ 2015 ਦੇ ਵਿੱਚ ਅਕਤੂਬਰ ਦੇ ਵਿੱਚ ਫਿਰ 1 ਲੱਖ ਵੰਡੀ ਗਈ, ਛਾਪੀਆਂ ਗਈਆਂ ਅਤੇ ਵੰਡੀਆਂ ਗਈਆਂ। ਇੰਨੇ ਵੱਡੇ ਪੱਧਰ 'ਤੇ SGPC ਦੇ ਵੱਲੋਂ ਕੈਂਪ ਲਾਏ ਜਾਂਦੇ ਨੇ, ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਗੁਰਮਤ ਦੇ ਦਾਇਰੇ ਦੇ ਵਿੱਚ ਰਹਿ ਕੇ। ਬਹੁਤ ਪ੍ਰਚਾਰਕ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮਿਲਦੇ ਨੇ, ਉਹ ਵੀ ਇਸ ਰਹਿਤ ਮਰਿਆਦਾ ਦੀ ਗੱਲ ਆਪਣੇ ਕੈਂਪਾਂ ਦੇ ਵਿੱਚ ਕਰਦੇ ਨੇ। 1-2 ਕੈਂਪਾਂ ਦੇ ਵਿੱਚ ਮੈਂ ਵੀ ਜਾ ਕੇ ਹਿੱਸਾ ਲਿਆ SGPC ਦੇ ਕੈਂਪਾਂ ਦੇ ਵਿੱਚ, ਅਤੇ ਉੱਥੇ ਵੀ ਇਹ ਰਹਿਤ ਮਰਿਆਦਾ ਨੂੰ ਬਕਾਇਦਾ ਤੌਰ 'ਤੇ ਪੜ੍ਹਾਇਆ ਜਾਂਦਾ ਹੈ, ਸਮਝਾਇਆ ਜਾਂਦਾ ਹੈ, ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ, ਨਗਰ ਵਾਲਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਫਿਰ ਰਹਿਤ ਅਵਰਕਸ਼ ਅਵਰ ਕਮਾਵਤ ਅਸੀਂ ਕਿਉਂ ਸਿੱਧ ਕਰਨ ਲੱਗੇ ਹੋਏ ਹਾਂ? ਆਪਣੀ ਅਸੀਂ ਅਕਲ ਦਾ ਜਨਾਜ਼ਾ ਆਪ ਹੀ ਕਿਉਂ ਕੱਢ ਰਹੇ ਹਾਂ?
ਹਰੇਕ ਧਰਮ ਦੇ ਅੰਦਰ ਹਰੇਕ ਧਰਮ ਦੀਆਂ ਰਹੁ ਰੀਤਾਂ ਵੱਖਰੀਆਂ ਵੱਖਰੀਆਂ ਨੇ। ਉਹ ਲੋਕ ਆਪਣੀਆਂ ਰਹੁ ਰੀਤਾਂ ਦੇ ਮੁਤਾਬਕ, ਰਹਿਤਾਂ ਦੇ ਮੁਤਾਬਕ ਜੋ ਵੀ ਆਪਣੇ ਕਰਮ ਕਾਂਡ ਕਰਦੇ ਨੇ ਉਹਨਾਂ ਨੂੰ ਮੁਬਾਰਕ ਹੈ। ਪਰ ਸਿੱਖ ਦਾ ਜੀਵਨ ਜਿਹੜਾ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਗਿਆ, ਉਹ ਗੁਰਬਾਣੀ ਦੇ ਆਧਾਰ ਹੀ ਲਿਖਿਆ ਗਿਆ, ਜਿਸ ਦੀ ਆਪਾਂ ਗੱਲ ਕਰਦੇ ਪਏ ਹਾਂ, ਅੱਗੇ ਗੱਲ ਕਰਦੇ ਰਹਾਂਗੇ। ਸੋ ਸਿੱਖ ਦੀ ਤਾਰੀਫ ਤੋਂ ਬਾਅਦ ਜਿਹੜਾ ਅਗਲਾ ਸਿਧਾਂਤ ਹੈ ਸ਼ਖਸੀ ਰਹਿਣੀ, ਇਹਦੇ ਵਿੱਚ ਨੰਬਰ 1 ਤੇ ਹੈ ਨਾਮ ਅਭਿਆਸ, ਨਾਮ ਬਾਣੀ ਦਾ ਅਭਿਆਸ। ਨੰਬਰ 2 ਤੇ ਹੈ ਗੁਰਮਤਿ ਦੀ ਰਹਿਣੀ। ਨੰਬਰ 3 ਤੇ ਹੈ ਸੇਵਾ। ਇਹਦੇ ਵਿੱਚ ਇਦਾਂ ਹੀ ਲਿਖਿਆ ਹੋਇਆ। ਸੋ ਪਹਿਲਾ ਹੈ ਨਾਮ ਬਾਣੀ ਦਾ ਅਭਿਆਸ। ਨਾਮ ਬਾਣੀ ਦੇ ਅਭਿਆਸ ਦੇ ਵਿੱਚ ਨੰਬਰ 1 ਹੈ ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾਗ ਕੇ, ਪਹਿਰ ਰਾਤ ਰਹਿੰਦੀ ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ਵਾਹਿਗੁਰੂ ਨਾਮ ਜਪੇ। ਇਹ ਨਾਮ ਬਾਣੀ ਦਾ ਅਭਿਆਸ ਸ਼ਖਸੀ ਰਹਿਣੀ ਦੇ ਵਿੱਚ ਪਹਿਲਾ ਪੁਆਇੰਟ ਹੈ। ਨਾਮ ਬਾਣੀ ਦੇ ਅਭਿਆਸ ਦੇ ਵਿੱਚ ਅੱਗੇ ਜਿਹੜੇ ਪੁਆਇੰਟ ਦਿੱਤੇ ਹੋਏ ਨੇ, ਨਾਮ ਬਾਣੀ ਦੇ ਅਭਿਆਸ ਦੇ ਵਿੱਚ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ। ਉਹਦਾ ਅਗਲਾ ਪੁਆਇੰਟ ਹੈ ਪਹਿਲਾ ਵੀ ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾਗ ਕੇ ਇਸ਼ਨਾਨ ਕਰੇ। ਸੋ ਗੁਰਬਾਣੀ ਦੇ ਵਿੱਚ ਵੀ ਇਸ ਦੀ ਜਿਹੜੀ ਵਿਆਖਿਆ ਕੀਤੀ ਗਈ ਹੈ ਕਿ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸਹੁ ਚਿਤ ਆਇਆ, ਕਿ ਧੰਨ ਉਹ ਵੇਲਾ ਹੈ ਜਿਸ ਵੇਲੇ ਦੇ ਵਿੱਚ ਮੈਨੂੰ ਸਤਿਗੁਰੂ ਚੇਤੇ ਦੇ ਵਿੱਚ ਆਇਆ ਹੈ। ਤੇ ਸਤਿਗੁਰੂ ਜਦੋਂ ਚੇਤੇ ਦੇ ਵਿੱਚ ਆਇਆ ਹੈ ਤੇ ਸਤਿਗੁਰੂ ਨੇ ਮੈਨੂੰ ਇਹ ਚੇਤਾ ਕਰਵਾਇਆ ਕਿ ਉਸ ਮਾਲਕ ਪਰਮਾਤਮਾ ਦੇ ਨਾਲ ਜੁੜਨਾ ਹੈ। ਗੁਰਬਾਣੀ ਦੇ ਮੁਤਾਬਕ ਕੋਈ ਵੀ ਐਸਾ ਸਮਾਂ ਨਹੀਂ ਵੀ ਜਿਸ ਸਮੇਂ ਪਰਮਾਤਮਾ ਦੇ ਨਾਲ ਜੁੜਿਆ ਨਹੀਂ ਜਾ ਸਕਦਾ। ਕਹਿੰਦੇ ਉਹ ਵੇਲਾ ਧੰਨਤਾ ਦੇ ਯੋਗ ਹੈ ਜਿਸ ਵੇਲੇ ਮੈਨੂੰ ਸਤਿਗੁਰੂ ਚੇਤੇ ਵਿੱਚ ਆ ਗਿਆ ਹੈ। ਪਰ ਨਾਲ ਇਹ ਵੀ ਗੱਲ ਦੇ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਗੁਰਮਤਿ ਨੂੰ ਕਮਾਉਣ ਦੇ ਲਈ ਕਿਸੇ ਖਾਸ ਸਮੇਂ ਦਾ ਵਹਿਮ ਨਹੀਂ ਕਰਨਾ, ਉਡੀਕ ਨਹੀਂ ਕਰਨੀ। ਹੁਣ ਕਈਆਂ ਦੇ ਮਨ ਵਿੱਚ ਇਹ ਵੀ ਵਹਿਮ ਆ ਵੀ ਕਿਹੜਾ ਵੇਲਾ ਹੈ ਜਿਸ ਵੇਲੇ ਦੇ ਵਿੱਚ ਮਾਲਕ ਨੂੰ ਚੇਤੇ ਕੀਤਾ ਜਾ ਸਕਦਾ, ਯਾਦ ਕੀਤਾ ਜਾ ਸਕਦਾ, ਉਹਦੇ ਨਾਲ ਸੁਰਤ ਜੋੜੀ ਜਾ ਸਕਦੀ ਹੈ। ਸੋ ਗੁਰੂ ਪਾਤਸ਼ਾਹ ਜੀ ਇਹੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਕਹਿੰਦੇ ਉਹ ਕਿਹੜਾ ਵੇਲਾ ਹੈ ਜਿਸ ਵੇਲੇ ਦੇ ਵਿੱਚ ਭਗਤੀ ਕੀਤੀ ਜਾ ਸਕਦੀ ਹੈ। ਉਸ ਵਕਤ ਦੀ ਵਿਚਾਰ ਕਿਵੇਂ ਕਰੀਏ ਵੀ ਆਹ ਵੇਲਾ ਸਹੀ ਹੈ, ਆਹ ਵੇਲਾ ਸਹੀ ਨਹੀਂ ਹੈ। ਸੋ ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਬਸ ਇੱਕ ਚੇਤਾ ਰੱਖ ਆਪਣੇ ਮਨ ਦੇ ਵਿੱਚ, ਅਣਦਿਨ ਨਾਮੇ ਰਤਿਆਂ ਸੱਚੇ ਸੱਚੀ ਸੋਈ। ਕਹਿੰਦੇ ਹਰ ਸਮੇਂ ਉਸ ਮਾਲਕ ਪਰਮਾਤਮਾ ਦੇ ਨਾਮ ਦੇ ਵਿੱਚ ਤੂੰ ਰੰਗਿਆ ਰਹੇ, ਇਹੀ ਤੇਰਾ ਸਹੀ ਤੇ ਸੱਚਾ ਵੇਲਾ ਹੈ। ਸੋ ਇਸ ਦੇ ਵਿੱਚ ਇਹ ਲਿਖਿਆ ਹੈ ਵੀ ਪਰਮਾਤਮਾ ਦੇ ਨਾਮ ਵਿੱਚ ਜੁੜਨ ਦੇ ਲਈ ਕਿਸੇ ਵੇਲੇ ਤੇ ਉਡੀਕ ਨਾ ਕਰੋ, ਵਹਿਮ ਨਾ ਕਰੋ, ਭਰਮ ਨਾ ਕਰੋ। ਕਈ ਇਹ ਵੀ ਵੀਰ ਕਹਿੰਦੇ ਨੇ ਵੀ ਜਪਜੀ ਸਾਹਿਬ ਜੇਕਰ ਅੰਮ੍ਰਿਤ ਵੇਲੇ ਵੀ ਨਹੀਂ ਹੋਇਆ ਵੀ ਅਸੀਂ ਸ਼ਾਮ ਨੂੰ ਕਰ ਲਿਆ ਜਾਂ ਦੁਪਹਿਰੇ ਕਰ ਲਿਆ, ਵੀ ਨਹੀਂ ਜੀ। ਕਈ ਕਹਿੰਦੇ ਨੇ ਦੁਪਹਿਰੇ ਬਾਣੀ ਪੜ੍ਹਨੀ ਨਹੀਂ ਚਾਹੀਦੀ, ਸ਼ਾਮ ਨੂੰ ਨਹੀਂ ਪੜ੍ਹਨੀ ਚਾਹੀਦੀ। ਨਹੀਂ, ਬਾਣੀ ਦੇ ਵਿੱਚ ਕੋਈ ਵਹਿਮ ਭਰਮ ਨਹੀਂ। ਇਹ ਸਿੱਖ ਦਾ ਇੱਕ ਨਿਯਮ ਹੈ, ਰਹਿਤ ਦੇ ਮੁਤਾਬਕ ਸਿਧਾਂਤ ਹੈ ਜੋ ਉੱਚੇ ਸੁੱਚੇ ਕਿਰਦਾਰ ਵਾਲੇ ਗੁਰਸਿੱਖਾਂ ਗਿਆਨੀਆਂ ਵੀਰਾਂ ਨੇ ਸਾਨੂੰ ਦਿੱਤਾ ਹੈ। ਉਹਦੇ ਵਿੱਚ ਇਹੀ ਹੈ ਵੀ ਜਿਹੜਾ ਅੰਮ੍ਰਿਤ ਵੇਲੇ ਦਾ ਨਿਤਨੇਮ ਉਹ ਕੀ ਹੈ, ਸ਼ਾਮ ਵੇਲੇ ਦਾ ਨਿਤਨੇਮ ਕੀ ਹੈ, ਸੌਣ ਵੇਲੇ ਦਾ ਨਿਤਨੇਮ ਕੀ ਹੈ, ਉਹਦੀ ਵਿਚਾਰ ਆਪਾਂ ਅੱਗੇ ਕਰਾਂਗੇ। ਸੋ ਇਹ ਕਹਿੰਦੇ ਵੀ ਅੰਮ੍ਰਿਤ ਵੇਲੇ ਰਾਤ ਰਹਿੰਦੀ ਜਾਗਣਾ, ਇਸ਼ਨਾਨ ਕਰਨਾ, ਅਕਾਲ ਪੁਰਖ ਜੀ ਦਾ ਧਿਆਨ ਕਰਨਾ। ਗੁਰੂ ਪਾਤਸ਼ਾਹੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਮ। ਕਹਿੰਦੇ ਅੰਮ੍ਰਿਤ ਵੇਲਾ ਸੱਚੇ ਨਾਮ ਦੀ ਵਡਿਆਈ ਤੇ ਵਿਚਾਰ ਗਾਉਣ ਦੇ ਵਿੱਚ ਤੂੰ ਸਫਲ ਆ। ਤੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੀ ਸਿੱਖ ਦਾ ਅਸਲੀ ਜੀਵਨ ਤੇ ਮਨੋਰਥ ਹੈ।
ਇਸ਼ਨਾਨ ਕਰਨਾ ਸਰੀਰ ਨੂੰ ਸਾਫ ਸੁਥਰਾ ਤੇ ਤੰਦਰੁਸਤ ਰੱਖਣਾ। ਇਸ਼ਨਾਨ ਕਰਨ ਦਾ ਅਰਥ ਹੈ ਸਰੀਰ ਨੂੰ ਸਾਫ ਸੁਥਰਾ ਤੇ ਤੰਦਰੁਸਤ ਰੱਖਣਾ, ਤਾਂ ਕਿ ਸਰੀਰ ਦੇ ਵਿੱਚ ਕੋਈ ਰੋਗ ਨਾ ਲੱਗੇ। ਨਾਮ ਜਪਣਾ ਮਨ ਨੂੰ ਕੋਈ ਵਿਕਾਰ ਰੂਪੀ ਰੋਗ ਨਾ ਲੱਗੇ। ਇਸ ਕਰਕੇ ਨਾਮ ਜਪਣਾ ਭਾਵ ਕਿ ਸੁਰਤ ਜੋੜਨੀ, ਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ, ਇਹ ਸਿਧਾਂਤ ਨੇ ਜੋ ਸਾਨੂੰ ਇਸ ਮਰਿਆਦਾ ਦੇ ਵਿੱਚ ਬਖਸ਼ਿਸ਼ ਕੀਤੇ ਨੇ, ਵੀ ਕੋਈ ਆਮ ਤੋਂ ਆਮ ਸਿੱਖ ਵੀ ਇਸ ਮਰਿਆਦਾ ਨੂੰ ਪੜ੍ਹ ਕੇ ਵਿਚਾਰ ਸਕੇ ਵੀ ਹਾਂ ਵਾਕਈ ਸਿੱਖ ਨੇ ਕਰਨਾ ਕੀ ਹੈ ਜੀਵਨ ਦੇ ਵਿੱਚ। ਸਤਿਗੁਰੂ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕਹਿੰਦੇ ਕਰ ਇਸ਼ਨਾਨ, ਇਸ਼ਨਾਨ ਕਰ, ਸਿਮਰ ਪ੍ਰਭ ਆਪਣਾ, ਆਪਣੇ ਮਾਲਕ ਨੂੰ ਸਿਮਰ। ਸਿਮਰ ਦਾ ਅਰਥ ਹੈ ਯਾਦ ਕਰ, ਸੁਰਤ ਦੇ ਵਿੱਚ ਪੱਕਾ ਕਰਕੇ ਰੱਖ, ਯਾਦ ਕਰ। ਕਹਿੰਦੇ ਮਨ ਤਨ ਭਏ ਅਰੋਗਾ, ਪਰਮਾਤਮਾ ਧਿਆਉਣ ਦੇ ਨਾਲ ਮਨ ਅਰੋਗ ਹੁੰਦਾ ਹੈ, ਇਸ਼ਨਾਨ ਕਰਨ ਦੇ ਨਾਲ ਤਨ ਅਰੋਗ ਹੁੰਦਾ ਹੈ, ਭਾਵ ਕਿ ਰੋਗ ਨਹੀਂ ਲੱਗਦੇ, ਰੋਗਾਂ ਤੋਂ ਬਚਾ ਰਹਿੰਦਾ ਹੈ। ਸੋ ਇਸ ਕਰਕੇ ਇਸ ਨੂੰ ਆਪਣੇ ਅੰਦਰ ਵਸਾ ਕੇ ਰੱਖੀਏ। ਅਕਾਲ ਪੁਰਖ ਦਾ ਧਿਆਨ ਕਰਦਿਆਂ ਵਾਹਿਗੁਰੂ ਨਾਮ ਜਪੇ, ਭਾਵ ਕਿ ਵਾਹਿਗੁਰੂ ਦਾ ਅਰਥ ਹੈ ਵਾਹ, ਦੀ ਵੰਡਰਫੁਲ। ਗੁਰੂ ਦਾ ਅਰਥ ਹੈ ਗੋਡ, ਗੁਰੂ, ਕ੍ਰੀਏਟਰ, ਜਿਹੜਾ ਮਾਲਕ ਹਰ ਸਮੇਂ ਸਾਨੂੰ ਪਾਲ ਰਿਹਾ ਹੈ ਤੇ ਸੰਭਾਲ ਰਿਹਾ ਹੈ। ਇਸ ਕਰਕੇ ਉਸ ਦੀ ਸੰਭਾਲ ਕਰ। ਨਾਮ ਬਾਣੀ ਅਭਿਆਸ ਦਾ ਦੂਜਾ ਪੁਆਇੰਟ ਹੈ ਨਿਤਨੇਮ ਦਾ ਪਾਠ ਕਰੇ। ਨਿਤਨੇਮ ਦੀਆਂ ਬਾਣੀਆਂ ਹਨ ਜਪ, ਜਪਜੀ ਸਾਹਿਬ, ਜਾਪ ਤੇ 10ਵੇਂ ਪਾਤਸ਼ਾਹ ਜੀ ਦੇ ਸਬਈਏ, ਸਰਾਵਕ, ਸੁੱਧ ਵਾਲੇ। ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ ਨੇ। ਚੇਤਾ ਰੱਖਿਓ ਜੀ, ਰਹਿਤ ਮਰਿਆਦਾ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ 3 ਬਾਣੀਆਂ ਲਿਖੀਆਂ ਗਈਆਂ ਨੇ। ਪਹਿਲੀ ਬਾਣੀ ਹੈ ਜਪ, ਜਪਜੀ ਸਾਹਿਬ, ਦੂਜੀ ਹੈ ਜਾਪ, ਜਾਪ ਸਾਹਿਬ। ਅਕਾਲ ਉਸਤਤ ਦੇ ਵਿੱਚੋਂ 10ਵੇਂ ਪਾਤਸ਼ਾਹ ਜੀ ਵੱਲੋਂ ਲਿਖੀ ਗਈ ਮੰਨੀ ਜਾਂਦੀ ਬਾਣੀ ਨੂੰ ਪੜ੍ਹਨਾ ਹੈ, ਤੇ 10 ਸਬਈਏ, ਸਰਾਵਕ, ਸੁੱਧ ਵਾਲੇ। ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ ਨੇ। ਹੁਣ ਕੋਈ ਇਹਨਾਂ ਬਾਣੀਆਂ ਦੇ ਨਾਲ ਚੌਪਈ ਸਾਹਿਬ ਦਾ ਪਾਠ ਕਰ ਲਵੇ, ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵੇ, ਮੁਬਾਰਕ ਹੈ। ਇਸ ਤੋਂ ਵੱਧ ਕੋਈ ਸੁਖਮਨੀ ਸਾਹਿਬ ਦਾ ਪਾਠ ਕਰ ਲਵੇ, ਜਿਹਦੇ ਕੋਲ ਸਮਾਂ ਹੋਵੇ ਅੰਮ੍ਰਿਤ ਵੇਲੇ, ਉਹ ਵੀ ਮੁਬਾਰਕ ਹੈ। ਕੋਈ ਆਸਾ ਜੀ ਦੀ ਵਾਰ ਦਾ ਕੀਰਤਨ ਜਾਂ ਪਾਠ ਕਰ ਲਵੇ, ਉਹਦੇ ਲਈ ਵੀ ਮੁਬਾਰਕ ਹੈ। ਕਿਉਂਕਿ ਇਹਦੇ ਵਿੱਚ ਕੋਈ ਸਮੇਂ ਦੀ ਨਿਯਮਾਵਲੀ ਨਹੀਂ, ਇਹ ਘੱਟ ਤੋਂ ਘੱਟ ਦੱਸਿਆ ਵੀ ਜਿਹਦੇ ਕੋਲੇ ਬਹੁਤਾ ਬਿਜੀ ਹੋਣ ਕਰਕੇ, ਬਹੁਤਾ ਕੰਮਾਂ ਕਾਰਾਂ ਦੇ ਵਿੱਚ ਫਸਿਆ ਹੋਣ ਕਰਕੇ ਵੀ ਸਮਾਂ ਥੋੜ੍ਹਾ ਹੈ, ਉਹ ਘੱਟੋ ਘੱਟ ਫਿਰ ਵੀ ਇੰਨੀਆਂ ਬਾਣੀਆਂ ਜਿਹੜੀਆਂ 3 ਨੇ ਉਹਨਾਂ ਦਾ ਪਾਠ ਕਰੇ ਹੀ ਕਰੇ। ਸ਼ਾਮ ਦੀ ਬਾਣੀ ਹੈ ਸੋਦਰ ਰਹਿਰਾਸ ਸਾਹਿਬ ਦਾ। ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿੱਚ ਇਹ ਬਾਣੀਆਂ ਸ਼ਾਮਲ ਨੇ। ਸੋਦਰ ਦੇ ਵਿੱਚ ਕਿਹੜੀਆਂ ਬਾਣੀਆਂ ਸ਼ਾਮਲ ਨੇ? ਧਿਆਨ ਨਾਲ ਸੁਣਿਓ। ਹੁਣ ਇਹ ਕੋਈ ਆਪਣੇ ਕੋਲੋਂ ਨਹੀਂ, ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦੇ ਵਿੱਚ ਜੋ ਲਿਖਿਆ ਗਿਆ ਹੈ, ਜੋ ਸ਼੍ਰੋਮਣੀ ਕਮੇਟੀ ਛਾਪ ਕੇ ਵੰਡ ਰਹੀ ਹੈ, ਉਸ ਦੇ ਵਿੱਚ ਇਹ ਲਿਖੀਆਂ ਹੋਈਆਂ ਨੇ, ਉਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ 9 ਸ਼ਬਦ ਸੋਦਰ ਤੋਂ ਲੈ ਕੇ ਸ਼ਰਨ ਪਰੇ ਕੀ ਰੱਖੋ ਸ਼ਰਮਾ ਤੱਕ। ਪਹਿਲੇ 9 ਸ਼ਬਦ ਸੋਦਰ ਬਾਣੀ ਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਵਨ ਅੰਗਾਂ ਦੇ ਉੱਤੇ ਦਰਜ ਹਨ। ਜਪਜੀ ਸਾਹਿਬ ਦੀ ਬਾਣੀ ਦੇ ਬਾਅਦ ਵਿੱਚ 9 ਸ਼ਬਦ ਲਿਖੇ ਗਏ। ਇਸ ਤੋਂ ਬਾਅਦ ਬੇਨਤੀ ਚੌਪਈ ਇਹ ਪੜ੍ਹਨੀ ਹੈ, ਪਾਤਸ਼ਾਹੀ 10ਵੀਂ। ਹਮਰੀ ਕਰੋ ਹਾਥ ਦੇ ਰੱਛਾ ਤੋਂ ਲੈ ਕੇ ਦੋਸਤ ਦੋਖ ਤੇ ਲਿਹੋ ਬਚਾਈ ਤੱਕ। ਚੇਤਾ ਰੱਖਿਓ, ਕਈ ਬਹੁਤ ਵਿੱਚ ਬਾਅਦ ਵਿੱਚ ਲਿਖੀਆਂ ਗਈਆਂ ਵੱਡੀਆਂ ਬਾਣੀਆਂ ਸਮਝ ਕੇ ਉਹ ਪੜ੍ਹ ਰਹੇ ਨੇ। ਕੋਈ ਨਾਨਕਸਰੀਆਂ ਦੀ ਲਿਖੀ ਹੋਈ ਜੋ ਬਾਣੀਆਂ ਨੇ ਗੁਟਕਾ ਸਾਹਿਬ ਦੇ ਵਿੱਚ, ਉਹ ਪੜ੍ਹੀ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਹੋਰ ਪਤਾ ਨਹੀਂ ਕੀ ਕੀ ਲਿਖਿਆ ਗਿਆ, ਪੁੰਨ ਰਾਸ਼ਿਸ਼ ਕਾ ਘਾਟਾ ਸੀਸਾ ਆਦਿ। ਪੰਥ ਪ੍ਰਮਾਣਿਤ ਰਹਿਤ ਮਰਿਆਦਾ ਦੇ ਵਿੱਚ ਇਹ ਪੰਗਤੀਆਂ ਬਕਾਇਦਾ ਦਰਜ ਕੀਤੀਆਂ ਗਈਆਂ ਨੇ ਵੀ ਕਿਹੜੀਆਂ ਸਿੱਖ ਨੇ ਪੜ੍ਹਨੀਆਂ ਨੇ ਤੇ ਕਿਹੜੀਆਂ ਨਹੀਂ ਪੜ੍ਹਨੀਆਂ। ਕਿਹੜੀਆਂ ਪੜ੍ਹਨੀਆਂ ਲਿਖੀਆਂ ਗਈਆਂ ਨੇ, ਹਮਰੀ ਕਰੋ ਹੱਥ ਦੇ ਰੱਛਾ ਤੋਂ ਲੈ ਕੇ ਦੋਸਤ ਦੋਖ ਤੇ ਲਿਹੋ ਬਚਾਈ ਤੱਕ ਪੜ੍ਹਨੀਆਂ ਨੇ। ਅੱਗੇ ਪੜ੍ਹਨਾ ਸਬਈਆ ਪਾਏ ਗਹੇ ਜਬ ਤੇ ਤੁਮਰੇ। ਫਿਰ ਪੜ੍ਹਨਾ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੂ ਦੁਆਰਾ। ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ 1 ਪੌੜੀ ਇਹ ਪੜ੍ਹਨੀਆਂ ਨੇ। ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ, ਆਖਰੀ 1 ਪੌੜੀ।
ਮੁੰਦਾਵਣੀ ਤੇ ਸ਼ਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀ ਤੱਕ ਪੜ੍ਹਨਾ ਹੈ। ਇਸ ਤੋਂ ਬਾਅਦ ਇਹ ਬਾਣੀ ਦਾ ਪਾਠ ਸੰਪੂਰਨ ਹੈ। ਹੁਣ ਮੇਰੇ ਬਹੁਤ ਵੀਰ ਭੈਣ ਭਰਾ ਵੱਧ ਜਿਹੜਾ ਇਸ ਵਿੱਚ ਲਿਖਿਆ ਗਿਆ ਹੈ ਬਾਅਦ ਵਿੱਚੋਂ ਉਹ ਪੜ੍ਹੀ ਜਾ ਰਹੇ ਨੇ, ਸੋ ਖਿਆਲ ਕਰੋ ਕਿ ਜੋ ਸਾਨੂੰ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਗਿਆ ਹੈ ਉਹ ਪੜ੍ਹੀਏ। ਸੋ ਇਹ ਜਿਹੜੀਆਂ ਸੰਪਰਦਾਵਾਂ ਜਾਂ ਡੇਰੇਦਾਰ ਨੇ ਨਾ, ਉਹ ਇਸੇ ਕਰਕੇ ਹੀ ਇਸ ਪੰਥਕ ਰਹਿਤ ਮਰਿਆਦਾ ਨੂੰ ਜਿਹੜੀ ਅਕਾਲ ਤਖਤ ਸਭ ਤੋਂ ਪ੍ਰਮਾਣੀ ਜਾਂਦੀ ਹੈ। ਦੇਖੋ, ਕੋਈ ਨਾ ਕੋਈ ਜਿਹੜਾ ਕਿਸੇ ਨਾ ਕਿਸੇ ਵਿਸ਼ੇ ਉੱਤੇ ਜਾਂ ਪ੍ਰਚਾਰਕ ਰਾਗੀ ਢਾਡੀ ਕਵੀਸ਼ਰੀ ਦੇ ਬੋਲੇ ਹੋਏ ਸੱਚ ਉੱਤੇ ਇਹ ਡੇਰੇਦਾਰ ਤੇ ਸੰਪਰਦਾਈ ਲੋਕ ਚੱਕ ਕੇ ਲਿਖ ਕੇ ਚਿੱਠੀਆਂ ਜਥੇਦਾਰ ਨੂੰ ਦੇਣ ਪਹੁੰਚ ਜਾਂਦੇ ਨੇ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੀ ਇਹਦਾ ਸਾਨੂੰ ਇਨਸਾਫ ਕਰਕੇ ਦੇਵੇ, ਵੀ ਇਹਨੇ ਪੰਥ ਦੇ ਵਿੱਚ ਦੁਬਦਾ ਪਾ ਦਿੱਤੀ ਹੈ, ਇਹਨੇ ਉਹ ਕਰ ਦਿੱਤਾ। ਕਮਾਲ ਦੀ ਗੱਲ ਹੈ, ਮੈਂ ਕਹਿਣਾ ਵੀ ਉਹ ਜਥੇਦਾਰ ਦੇ ਮੂੰਹ ਵਿੱਚੋਂ ਵੀ ਇਹ ਬੋਲ ਨਹੀਂ ਨਿਕਲਦੇ ਵੀ ਤੁਸੀਂ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਕਦੋਂ ਮੰਨੀ ਹੋਵੇ, ਤੁਸੀਂ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਤੇ ਕਿਦਨੇ ਪਹਿਰਾ ਦਿੱਤਾ, ਖੜੇ ਹੋ ਕੇ ਦੱਸੋ ਤਾਂ ਸਹੀ। ਪਰ ਨਾ ਉਹ ਵੀ ਨਹੀਂ ਪੁੱਛਦਾ ਤੇ ਉਹ ਦੱਸਣ ਨੂੰ ਤਿਆਰ ਨਹੀਂ, ਨਾ ਉਹ ਮੰਨਣ ਨੂੰ ਤਿਆਰ ਨੇ। ਕਮਾਲ ਦੀ ਗੱਲ ਹੈ, ਸਾਡੀਆਂ ਭਾਵਨਾਵਾਂ ਠੇਸ ਪਹੁੰਚਦੀਆਂ, ਤੁਹਾਡੀਆਂ ਭਾਵਨਾਵਾਂ ਕੁਛ ਲੱਕੜ ਦੀਆਂ ਬਣੀਆਂ ਹੋਈਆਂ ਨੇ, ਠੇਸ ਪਹੁੰਚ ਜਾਂਦੀ ਹੈ ਤੁਹਾਨੂੰ। ਇੱਥੇ ਹੋਰਾਂ ਦੀਆਂ ਭਾਵਨਾਵਾਂ ਨਹੀਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਚੈਲੰਜ ਕਰਨ ਵਾਲੇ ਹੋ ਤੇ ਤੁਸੀਂ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਚੈਲੰਜ ਕਰੀ ਤੁਰੇ ਜਾਂਦੇ ਹੋ। ਕਮਾਲ ਦੀ ਗੱਲ ਹੈ। ਪੰਥ ਪ੍ਰਮਾਣਿਤ ਰਹਿਤ ਮਰਿਆਦਾ ਉੱਤੇ ਪਹਿਰਾ ਦਿਓ, ਇਕੱਠੇ ਹੋਵੋ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸਾਰੇ ਇਕੱਠੇ ਤਾਂ ਹੀ ਹੋ ਸਕਦੇ ਜੇਕਰ ਅਸੀਂ ਇੱਕ ਰਹਿਤ ਵਿੱਚ ਆ ਜਾਈਏ, ਇੱਕ ਮਰਿਆਦਾ ਦੇ ਵਿੱਚ ਆ ਜਾਈਏ। ਵੱਖੋ ਵੱਖਰੀਆਂ ਆਪਣੀਆਂ ਮਰਿਆਦਾਵਾਂ ਰੱਦ ਕਰੋ, ਫੇਰ ਹੀ ਸਾਡੇ ਉੱਪਰ ਕੋਈ ਅਸਰ ਹੋਵੇਗਾ, ਸਾਡੀ ਕੌਮ ਦਾ ਏਕਾ ਹੋਵੇਗਾ। ਨਹੀਂ, ਸਾਡੀ ਕੌਮ ਦਾ ਏਕਾ ਨਹੀਂ ਹੋ ਸਕਦਾ। ਸਾਡੀਆਂ ਮਰਿਆਦਾਵਾਂ ਵੱਖਰੀਆਂ, ਹਰ ਕੋਈ ਵੱਖਰੀ ਡਫਲੀ ਵਜਾਈ ਤੁਰਿਆ ਜਾਂਦਾ ਆਪਦੀ। ਸੋ ਇਸ ਕਰਕੇ ਜ਼ਰੂਰੀ ਹੈ ਵੀ ਇੱਕ ਰਹਿਤ ਮਰਿਆਦਾ ਉੱਤੇ ਪਹਿਰਾ ਦਈਏ। ਅੱਗੇ ਹੈ ਰਾਤ ਨੂੰ ਸੌਣ ਵੇਲੇ ਸੋਹਲਾ ਸਾਹਿਬ ਦੀ ਬਾਣੀ। ਅੰਮ੍ਰਿਤ ਵੇਲੇ ਅਤੇ ਸੋਧਰ ਵੇਲੇ ਦੇ ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ। ਅਰਦਾਸ ਜਿਹੜੀ ਅਸੀਂ ਹਰ ਰੋਜ਼ ਆਪਣੇ ਗੁਰੂ ਘਰਾਂ ਦੇ ਵਿੱਚ ਪੜ੍ਹਦੇ ਸੁਣਦੇ ਤੇ ਖੜੇ ਹੋ ਕੇ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਹਾਂ। ਸੋ ਉਸ ਅਰਦਾਸ ਦੇ ਬੋਲ ਕੀ ਨੇ, ਉਹ ਬੋਲ ਮੈਂ ਆਪ ਜੀ ਦੇ ਸਨਮੁਖ ਰੱਖ ਰਿਹਾ ਜੋ ਇਸ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਦੇ ਵਿੱਚ ਦਰਜ ਕੀਤੇ ਹੋਏ ਨੇ। ਇਹਦੇ ਵਿੱਚ ਲਿਖਿਆ ਹੋਇਆ ਇੱਕ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਏ, ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਪਹਿਲੀ ਪੌੜੀ ਹੈ ਅਰਦਾਸ ਦੀ। ਤੇ ਇਹਦੇ ਵਿੱਚ ਵੀ ਕਈ ਆਪਦੇ ਕੋਲੋਂ ਪਹਿਲਾਂ ਪੰਗਤੀਆਂ ਲਾਈ ਜਾਣਗੇ ਤੇ ਫਿਰ ਇਸ ਅਰਦਾਸ ਨੂੰ ਪੜ੍ਹਨਗੇ, ਫਿਰ ਅਰਦਾਸ ਕਰਨਗੇ। ਫਿਰ ਅੱਗੇ ਜਾ ਕੇ ਵੀ ਦਸਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਦੇ ਜ਼ਿਕਰ ਨੂੰ ਉੱਥੇ ਨੀਲਿਆਂ ਬਾਜਾਂ ਵਾਲਾ ਜਾਂ ਨੀਲੇ ਦਾ ਸਵਾਰ ਚਿੱਟਿਆਂ ਬਾਜਾਂ ਵਾਲਾ ਤੇ ਕਲੰਗੀਆਂ ਵਾਲਾ ਪਾਤਸ਼ਾਹ। ਬਹੁਤ ਮੁਬਾਰਕ ਬਚਨ ਨੇ ਇਹ, ਬਹੁਤ ਮੁਬਾਰਕ ਬੋਲ ਨੇ, ਸ਼ਬਦ ਨੇ, ਪਰ ਸੰਖੇਪ ਦੇ ਵਿੱਚ ਸਾਨੂੰ ਛੋਟੇ ਰੂਪ ਦੇ ਵਿੱਚ ਅਰਦਾਸ ਹੀ ਦਿੱਤੀ ਗਈ ਹੈ। ਇਸ ਕਰਕੇ ਲਫ਼ਜ਼ ਇੰਨੇ ਹੀ ਵਰਤੇ ਜਾਣ। ਹੁਣ ਜਦੋਂ ਦਸਵਾਂ ਪਾਤਸ਼ਾਹ ਹੀ ਲਿਖ ਦਿੱਤਾ, ਕਈ ਨੂੰ ਦਸਵੇਂ ਪਾਤਸ਼ਾਹ ਵੀ ਪੜ੍ਹਦੇ ਨੇ, ਨਹੀਂ ਦਸਵੇਂ ਨਹੀਂ ਪੜ੍ਹਨਾ, ਇਹਨੂੰ ਦਸਵਾਂ ਹੀ ਪੜ੍ਹਨਾ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਤੇ ਇਸ ਤੋਂ ਬਾਅਦ ਅਗਲਾ ਪਹਿਰਾ ਹੈ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇੰਨਾ ਹੀ ਪੜ੍ਹਨਾ। ਕਈ ਆਪਣੇ ਕੋਲੇ ਇਹਦੇ ਵਿੱਚ ਵੀ ਪੰਜਾਂ ਪਿਆਰਿਆਂ ਦਾ ਨਾਮ, ਪੰਜ ਪਿਆਰੇ ਜਦੋਂ ਬੋਲ ਦਿੱਤਾ,
ਸਾਡੇ ਹਜੂਰ ਸਾਹਿਬ ਤੋਂ ਵੀ ਅਰਦਾਸ ਹੁੰਦੀ ਹੈ, ਉੱਥੋਂ ਵੀ 5 ਪਿਆਰਿਆਂ ਦੇ ਨਾਮ ਲਏ ਜਾਂਦੇ ਨੇ, ਫਿਰ 4 ਸਾਹਿਬਜ਼ਾਦਿਆਂ ਦੇ ਨਾਮ ਲਏ ਜਾਂਦੇ ਨੇ। ਫਿਰ ਸਵਾਲ ਇਹ ਹੈ ਵੀ 40 ਮੁਕਤਿਆਂ ਦੇ ਨਾਮ ਕਿਉਂ ਨਹੀਂ ਲਏ ਜਾਂਦੇ? ਆਉਂਦੇ ਹੀ ਨਹੀਂ 40 ਮੁਕਤਿਆਂ ਦੇ ਨਾਮ, ਪਤਾ ਨਹੀਂ ਹੈਗੇ ਕਿੰਨੇ ਨੇਗੇ। ਫਿਰ ਹਠ ਕਿੰਨਾ, ਹਠੀ ਨੇ, ਹਠੀਆਂ ਦੇ ਨਾਮ ਕਿਉਂ ਨਹੀਂ ਲੈਂਦੇ? ਜਪੀਆਂ ਦੇ ਨਾਮ ਕਿਉਂ ਨਹੀਂ ਲੈਂਦੇ? ਤਪੀਆਂ ਦੇ ਨਾਮ ਕਿਉਂ ਨਹੀਂ ਲੈਂਦੇ? ਫਿਰ ਜਿਨ੍ਹਾਂ ਨੇ ਨਾਮ ਜਪਿਆ ਹੈ, ਵੰਡ ਕੇ ਛਕਿਆ, ਦੇਗ ਚਲਾਈ ਆ, ਤੇਗ ਵਾਹੀ ਆ, ਉਹਨਾਂ ਦੇ ਨਾਮ ਕਿਉਂ ਨਹੀਂ ਲੈਂਦੇ? ਫਿਰ ਇਸ ਕਰਕੇ ਸੋ ਬੋਲ ਜਿਹੜੇ ਸੀਮਤ ਨੇ ਉਹ ਸਾਨੂੰ ਦਿੱਤੇ ਗਏ ਨੇ। 5 ਪਿਆਰੇ ਜਦੋਂ ਕਹਿ ਦਿੱਤਾ ਤਾਂ ਸਾਰਿਆਂ ਦੇ ਮਨਾਂ ਵਿੱਚ ਉਹ 5 ਪਿਆਰਿਆਂ ਦਾ ਸਰੂਪ ਆ ਜਾਂਦਾ ਹੈ। ਜਦੋਂ 4 ਸਾਹਿਬਜ਼ਾਦਿਆਂ ਦੀ ਗੱਲ ਚੱਲਦੀ ਹੈ, 2 ਚਮਕੌਰ ਦੀ ਜੰਗ ਦੇ 2 ਸਰਹੰਦ ਦੇ ਵਿੱਚ ਖੜੇ, ਸਾਡੇ ਮਨ ਦੇ ਅੰਦਰੋਂ ਆਟੋਮੈਟਿਕ ਦ੍ਰਿਸ਼ ਬਣ ਜਾਂਦਾ ਹੈ। 40 ਮੁਕਤਿਆਂ ਦਾ, ਮੁਕਤਸਰ ਦੀ ਜੰਗ ਦਾ ਇਤਿਹਾਸ ਸਾਡੇ ਸਾਹਮਣੇ ਆ ਜਾਂਦਾ ਹੈ। ਇਸ ਕਰਕੇ ਬਹੁਤ ਹੀ ਪਿਆਰ ਦੇ ਨਾਲ, ਸਹਿਜ ਦੇ ਨਾਲ ਅਰਦਾਸ ਕਰਨੀ ਚਾਹੀਦੀ ਹੈ। ਅਗਲੀ ਪੰਕਤੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਇਹਨੂੰ ਧਿਆਨ ਨਾਲ ਸੁਣਿਓ ਵੀ ਕੀ ਕੀ ਲਫ਼ਜ਼ ਵਰਤੇ ਗਏ ਨੇ। ਆਪਣੇ ਕੋਲ ਹੀ ਨਹੀਂ ਵੀ ਖੱਲਾਂ ਲਹਾਈਆਂ ਤੇ ਰੰਬੀਆਂ ਦੇ ਨਾਲ ਚੀਰੇ ਗਏ, ਇੱਦਾਂ ਦੇ ਸ਼ਬਦ ਆਪਣੇ ਕੋਲ ਨਹੀਂ ਵਰਤਨੇ। ਸੋ ਸ਼ਬਦ ਵਰਤੇ ਨੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇੰਨਾ ਹੀ ਪੜ੍ਹਨਾ। ਅੱਗੇ ਹੈ 5 ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। प्रथमे सर्वत खालसा जी की अरदास है जी। सर्वत खालसा जी को वाहिगुरु 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 चित आवे। चित आवन का सदका सर्ब सुख होवे। जहाँ जहाँ खालसा जी साहिब तहाँ तहाँ रक्षा रियायत। देग तेग फतेह विरद की पैज पंथ की जीत। श्री साहिब जी सहाय खालसा जी के बोल बाले बोलो जी वाहिगुरू। सिखां नूं सिक्खी दान, केस दान, रहत दान, विवेक दान, विसाह दान, भरोसा दान, दाना सिर दान, नाम दान। ਇਹ 7 ਦਾਨਾਂ ਦਾ ਜ਼ਿਕਰ ਅਰਦਾਸ ਦੇ ਵਿੱਚ ਕੀਤਾ ਗਿਆ। ਸੋ ਇਸ ਨੂੰ ਇਸੇ ਤਰੀਕੇ ਨਾਲ ਹੀ ਪੜ੍ਹਿਆ ਜਾਣਾ ਚਾਹੀਦਾ। ਕਈ ਵਿੱਚੋਂ 2-3 ਹੀ ਪੜ੍ਹਦੇ ਨੇ, ਕਈ 1 ਹੀ ਪੜ੍ਹਦੇ ਨੇ, ਕਈ 4 ਪੜ੍ਹਦੇ ਨੇ। ਇਸ ਕਰਕੇ 7 ਦਾਨ ਇਹ ਲਗਾਤਾਰ ਪੜ੍ਹੇ ਜਾਣੇ ਚਾਹੀਦੇ ਨੇ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਕਈ ਇੱਥੇ ਪੜ੍ਹਦੇ ਨੇ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਉਹ ਭਲਿਓ ਇਹ ਸ਼ਬਦ ਬਹੁਤ ਥੋੜ੍ਹੇ ਲਿਖੇ ਗਏ ਨੇ ਸੰਖੇਪ ਦੇ ਵਿੱਚ, ਤਾਂ ਕਿ ਅਰਦਾਸ ਲੰਮੀ ਬਹੁਤੀ ਨਾ ਹੋਵੇ। ਜਦੋਂ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਕਰਨ ਜਾਵਾਂਗੇ, ਕੀ ਉੱਥੇ ਜਾ ਕੇ ਦਰਸ਼ਨ ਨਹੀਂ ਕਰਾਂਗੇ? ਦਰਸ਼ਨ ਕਰਾਂਗੇ ਨਾ ਜਦੋਂ ਜਾਵਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ, ਜਾ ਕੇ ਪਹਿਲਾਂ ਦਰਸ਼ਨ ਹੀ ਕਰਾਂਗੇ ਨਾ। ਸੋ ਇਸ ਕਰਕੇ ਇਹ ਲੁਪਤ ਹੁੰਦੇ ਨੇ ਬਹੁਤੇ ਸ਼ਬਦ ਵਿੱਚ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। हे ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਅੱਗੇ ਹੈ हे ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ। ਆਪ ਜੀ ਦੇ ਹਜੂਰ ਜਿਸ ਵੇਲੇ ਦੀ ਅਰਦਾਸ ਕਰਨੀ ਹੈ, ਨਿਤਨੇਮ ਦੀ ਜਾਂ ਸੋਦਰ ਦੀ ਜਾਂ ਸੋਹਿਲਾ ਸਾਹਿਬ ਦੀ ਜਾਂ ਅਖੰਡ ਪਾਠ ਸਾਹਿਬ ਦੀ, ਸਹਿਜ ਪਾਠ ਸਾਹਿਬ ਦੀ, ਜਾਂ ਕਿਸੇ ਵੀ ਤਰ੍ਹਾਂ ਦੇ ਸੁੱਖ ਜਾਂ ਦੁੱਖ ਦੇ ਲਈ ਜੋ ਵੀ ਅਰਦਾਸ ਕਰਨੀ ਹੈ, ਉਸ ਦੇ ਬੋਲ ਇੱਥੇ ਦਰਜ ਕਰ ਦੇਣੇ ਨੇ। ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਕਈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਕਹਿੰਦੇ ਨੇ, ਸੋ ਨਹੀਂ ਪਿਆਰਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹੀ ਪੜ੍ਹਨਾ ਹੈ। ਇਸ ਤੋਂ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਨਾਲ ਮੱਥਾ ਟੇਕੇ ਤੇ ਫਿਰ ਖੜੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਉਪਰੰਤ ਸਤਿ ਸ਼੍ਰੀ ਅਕਾਲ ਦਾ ਜਕਾਰਾ ਗਜਾਇਆ ਜਾਵੇ। ਇਹ ਬਹੁਤ ਵੱਡਾ ਸਵਾਲ ਹੈ ਕਿ ਬਾਕੀ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਸਾਡੇ, ਚਾਹੇ ਉਹ ਇਤਿਹਾਸਕ ਨੇ ਚਾਹੇ ਪਿੰਡਾਂ ਸ਼ਹਿਰਾਂ ਦੇ ਵਿੱਚ ਬਣੇ ਹੋਏ ਨੇ, ਸੋ ਉਹਨਾਂ ਸਾਰਿਆਂ ਗੁਰਦੁਆਰਿਆਂ ਦੇ ਵਿੱਚ ਜਿਹੜਾ ਇਹ ਜਕਾਰਾ ਗਜਾਇਆ ਜਾਂਦਾ ਹੈ ਅਰਦਾਸ ਤੋਂ ਬਾਅਦ, ਪਰ
ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਤੋਂ ਬਾਅਦ ਇਹ ਜਕਾਰਾ ਨਹੀਂ ਲਾਇਆ ਜਾਂਦਾ। ਸੋ ਇਸ ਦੇ ਕਾਰਨ ਜਥੇਦਾਰ ਸਪਸ਼ਟ ਕਰਨ, ਜਾਂ ਜੋ ਵੀ ਧਰਮ ਪ੍ਰਚਾਰ ਕਮੇਟੀ ਹੈ, ਸਕੱਤਰ ਨੇ, ਪ੍ਰਧਾਨ ਨੇ, ਉਹ ਇਹ ਗੱਲ ਸਪਸ਼ਟ ਕਰਨ ਵੀ ਇਹ ਜਕਾਰਾ ਉੱਥੇ ਅੱਜ ਕਿਉਂ ਨਹੀਂ ਲਾਇਆ ਜਾਂਦਾ। ਇਹ ਜਕਾਰਾ ਪਹਿਲਾਂ ਲਗਾਤਾਰ ਲਾਇਆ ਜਾਂਦਾ ਰਿਹਾ ਗਾ, ਤੇ ਇਹ ਕਦੋਂ ਤੋਂ ਬੰਦ ਹੋਇਆ, ਇਹ ਸਾਰੇ ਖਰੜੇ ਜਿੰਨੀਆਂ ਵੀ ਨੀਤੀਆਂ ਨੇ ਜਾਂ ਰੀਤੀਆਂ ਨੇ ਉਹ ਅਪਣਾਈਆਂ ਜਾਂਦੀਆਂ ਰਹੀਆਂ ਨੇ। ਪਰ ਅੱਜ ਕੀ ਐਸਾ ਹੋਇਆ ਵੀ ਇਹ ਜਕਾਰੇ ਕਿਉਂ ਨਹੀਂ ਲਾਏ ਜਾਂਦੇ, ਇਹ ਜਥੇਦਾਰ ਇਸ ਗੱਲ ਦਾ ਜਵਾਬ ਦੇਣ। ਤੇ ਰਹਿਤ ਮਰਿਆਦਾ ਵਿੱਚ ਇਹ ਬਕਾਇਦਾ ਲਿਖਿਆ ਗਿਆ ਹੈ ਵੀ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾਵੇ। ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਾਡਾ। ਅੱਗੇ ਹੈ ਅਰਦਾਸ ਹੋਣ ਸਮੇਂ ਸੰਗਤ 'ਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ ਹੈ। ਜਦੋਂ ਅਰਦਾਸ ਹੋਵੇ ਉਦੋਂ ਸਾਰੇ ਦੇ ਸਾਰੇ ਖੜੇ ਹੋਣੇ ਚਾਹੀਦੇ ਨੇ। ਹਾਂ, ਕੋਈ ਅਪਾਹਜ ਹੈ, ਲੱਤਾਂ ਤੋਂ ਚੱਲ ਨਹੀਂ ਸਕਦਾ ਜਾਂ ਤੁਰ ਫਿਰ ਨਹੀਂ ਸਕਦਾ, ਖੜਾ ਨਹੀਂ ਹੋ ਸਕਦਾ, ਉਹ ਬੈਠ ਸਕਦਾ ਹੈ, ਪਰ ਮਨ ਇਕਾਗਰ ਹੋਣਾ ਚਾਹੀਦਾ ਸਾਰਿਆਂ ਦੀ ਅਰਦਾਸ ਦੇ ਵਿੱਚ, ਉਹਨਾਂ ਦਾ ਵੀ। ਤੇ ਕੋਈ ਕਿਸੇ ਨੂੰ ਉੱਠਣ ਬੈਠਣ ਦੇ ਵਿੱਚ ਪ੍ਰੋਬਲਮ ਹੈ, ਬਿਮਾਰੀ ਹੈ, ਤੇ ਉਹ ਬੈਠ ਸਕਦਾ ਹੈ। ਸੋ ਇੱਥੋਂ ਤੱਕ ਵੀ ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਹੋਵੇ ਉਹ ਵੀ ਉੱਠ ਕੇ ਚੌੜ ਕਰੇ, ਉਹ ਵੀ ਉੱਠ ਕੇ ਖੜਾ ਹੋ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਪਾਤਸ਼ਾਹੀ ਦੇ ਉੱਤੇ ਚੌੜ ਸਾਹਿਬ ਕਰਦਾ ਰਹੇ ਲਗਾਤਾਰ। ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਖੜੇ, ਹੱਥ ਜੋੜ ਕੇ ਅਰਦਾਸ ਕਰੇ। ਕਈ ਹੁੰਦੇ ਨੇ ਵੀ ਹੱਥ ਨਹੀਂ ਜੋੜਦੇ, ਹੱਥ ਥੱਲੇ ਰੱਖਦੇ ਨੇ, ਤੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜਨ ਦੀ ਬਜਾਏ ਇੱਕ ਪਾਸੇ ਖੜ ਜਾਂਦੇ। ਸੋ ਗੁਰੂ ਗ੍ਰੰਥ ਪਾਤਸ਼ਾਹੀ ਦੇ ਸਾਹਮਣੇ ਸਨਮੁਖ ਖੜੇ ਹੋ ਕੇ ਅਰਦਾਸ ਕਰਨੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ, ਪ੍ਰਵਾਨ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਨਹੀਂ, ਕਿਤੇ ਅਰਦਾਸ ਕਰਨੀ ਪੈ ਜੇ ਤਾਂ ਉੱਥੇ ਕਿਸੇ ਪਾਸੇ ਵੀ ਮੂੰਹ ਕਰਕੇ ਖੜ ਜਾਵੋ, ਅਰਦਾਸ ਪ੍ਰਵਾਨ ਹੈ। ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ ਵਧੇਕ ਆਦਮੀਆਂ ਵੱਲੋਂ ਹੋਵੇ ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉੱਠਣਾ ਜ਼ਰੂਰੀ ਨਹੀਂ। ਜਦੋਂ ਕਿਸੇ ਦੀ ਆਪਣੀ ਅਰਦਾਸ ਹੈ, ਕੋਈ ਅਰਦਾਸ ਕਰਦਾ ਹੈ ਤਾਂ ਉਹ ਅਰਦਾਸ ਕਰੇ, ਜਾਂ ਨਹੀਂ ਆਉਂਦੀ ਕਰਨੀ ਤਾਂ ਗ੍ਰੰਥੀ ਸਿੰਘ ਤੋਂ ਕਰਵਾਵੇ, ਤਾਂ ਬਾਕੀ ਸੰਗਤ ਦਾ ਉਹਦੇ ਵਿੱਚ ਖੜੇ ਹੋਣਾ ਲਾਜ਼ਮੀ ਨਹੀਂ ਹੈ। ਉਹ ਬੈਠ ਵੀ ਸਕਦਾ ਹੈ, ਆ ਜਾ ਸਕਦਾ ਹੈ। ਸੋ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੋਸ਼ਿਸ਼ ਹੋਵੇ ਵੀ ਸਾਰੇ ਖੜੇ ਹੋ ਜਾਣ, ਪਿਆਰ ਸਤਿਕਾਰ ਜਿਹੜਾ ਉਹ ਗੁਰੂ ਘਰ ਦਾ ਬਣਿਆ ਰਹੇ। ਸੋ ਅੱਗੇ ਜਿਹੜਾ ਹੈ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ ਕਰਨਾ। ਇਹਦੇ ਵਿੱਚ ਅਗਲਾ ਪੁਆਇੰਟ ਹੈ ਗੁਰਦੁਆਰੇ। ਇਹ ਆਪਾਂ ਅਗਲੇ ਵਿਚਾਰ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ। ਇਹਨਾਂ ਬੇਨਤੀਆਂ ਨੂੰ ਜ਼ਰੂਰ ਧਿਆਨ ਵਿੱਚ ਲੈ ਕੇ ਆਓ। ਘਰ ਘਰ ਦੇ ਵਿੱਚ ਆਪ ਰਹਿਤ ਮਰਿਆਦਾ ਲੈ ਕੇ ਆਓ। ਕਿਸੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਤੁਸੀਂ ਜਾ ਕੇ ਰਹਿਤ ਮਰਿਆਦਾ ਦੀ ਕਾਪੀ ਲੈ ਸਕਦੇ ਹੋ। ਜੇ ਨਹੀਂ ਮਿਲਦੀਆਂ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਸਕਰੀਨ ਦੇ ਉੱਤੇ ਦਿੱਤਾ ਜਾਵੇਗਾ। ਸੋ ਮੈਨੂੰ ਫੋਨ ਕਰਕੇ ਤੁਸੀਂ ਜਿੰਨੀਆਂ ਮਰਜ਼ੀ ਰਹਿਤ ਮਰਿਆਦਾ ਦੀਆਂ ਕਾਪੀਆਂ ਲੈ ਸਕਦੇ ਹੋ। ਅਸੀਂ ਤੁਹਾਡੇ ਤੱਕ ਰਹਿਤ ਮਰਿਆਦਾ ਦੀਆਂ ਕਾਪੀਆਂ ਪਹੁੰਚਾਵਾਂਗੇ। ਤੇ ਨਹੀਂ ਤੁਸੀਂ ਆਪਣੇ ਨੇੜੇ ਲੱਗਦੇ ਕਿਸੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਜਾ ਕੇ ਮੈਨੇਜਰ ਤੋਂ ਰਹਿਤ ਮਰਿਆਦਾ ਦੀ ਕਾਪੀ ਲੈ ਸਕਦੇ ਹੋ। ਘਰ ਘਰ ਲੈ ਕੇ ਆਓ, ਪੜ੍ਹੋ, ਵਿਚਾਰੋ, ਤਾਂ ਕਿ ਸਾਨੂੰ ਪਤਾ ਲੱਗੇ ਵੀ ਸਾਡੀ ਰਹਿਤ ਮਰਿਆਦਾ ਦੇ ਵਿੱਚ ਕੀ ਲਿਖਿਆ ਗਿਆ ਹੈ, ਕੀ ਨਹੀਂ। ਸੋ ਸਤਿਗੁਰੂ ਰਹਿਮਤ ਕਰਨ। ਇੰਨੀਆਂ ਕੋ ਵਿਚਾਰਾਂ ਆਪ ਸੰਗਤਾਂ ਸਾਹਮਣੇ ਰੱਖੀਆਂ ਨੇ, ਭੁੱਲਾਂ ਨਾ ਚਿਤਾਰਨੀਆਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।